ਜਦੋਂ ਇਹਨਾਂ ਨੇ ਕਰੋਨਾ ਕਾਲ 'ਚ ਵੀ ਦੇਖਿਆ ਇਹ ਗੱਲ ਕਿ ਜਿਹੜਾ ਖੇਤੀ ਦੇ ਨਾਲ ਸੰਬੰਧਿਤ ਚੀਜ਼ਾਂ ਆ ਉਹ ਤੇ ਲੋਕਾਂ ਨੂੰ ਖਰੀਦਣੀਆਂ ਹੀ ਪੈਂਦੀਆਂ ਤੇ ਇਹਨਾਂ ਦਾ ਧਿਆਨ ਹੁਣ ਇਹ ਪਾਸੇ ਹੋ ਗਿਆ ਹੁਣ ਖੇਤੀ ਖੇਤਰ ਤੇ ਵੀ ਪੂਰੀ ਤਰ੍ਹਾਂ ਇਹਨਾਂ ਦਾ ਕਬਜ਼ਾ ਹੋਵੇ। ਖੰਡਰ ਹੋਏ ਸਿਸਟਮ ਨੂੰ ਬਚਾਉਣ ਵਾਸਤੇ ਕਿ ਹੋਰ ਹੀ ਨਾ ਬਰਬਾਦ ਕਰ ਦੇਣ, ਬਿਲਕੁਲ ਹੀ ਨਾ ਸਫਾ ਚੱਟ ਕਰ ਦੇਣ, ਉਹਨੂੰ ਬਚਾਉਣ ਵਾਸਤੇ ਪਹਿਲਾਂ ਵੀ ਐਡਾ ਵਧੀਆ ਨਹੀਂ ਕਿਸਾਨ ਦੀ ਹਾਲਾਤ ਜਿਹੜੇ ਹੈਗੇ ਆ। 2 ਵਾਰੀ ਪ੍ਰਧਾਨ ਮੰਤਰੀ ਤਾਂ ਜਨਤਾ ਨੇ ਬਣਾਇਆ ਨਾ ਵੋਟਾਂ ਪਾ ਕੇ। ਕੀ ਮੰਨਦੇ ਹੋ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਜਿਹੜਾ ਹਿੰਦੂ ਮੁਸਲਮਾਨ ਵਾਲਾ ਪੱਤਾ ਖੇਡਿਆ ਗਿਆ ਕੇਂਦਰ ਸਰਕਾਰ ਵੱਲੋਂ? ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਇਹਨਾਂ ਖੇਤੀ ਕਾਨੂੰਨਾਂ ਉੱਤੇ ਸਟੇ ਕੀਤਾ ਜਾਊਗਾ। ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਾ ਫੈਸਲਾ ਸਹੀ ਹੈ? ਬਿਲਕੁਲ ਨਹੀਂ, ਮੈਨੂੰ ਨਹੀਂ ਲੱਗਦਾ। ਇੱਕ ਪਾਸੇ ਕਿਸਾਨ ਅੰਦੋਲਨ ਕਰ ਲਏ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਾਜੋਆਣੇ ਦੀ ਜਿਹੜੀ ਆ ਫਾਂਸੀ ਆ ਉਹਦੀ ਸਜ਼ਾ ਨੂੰ ਲੈ ਕੇ ਲਗਾਤਾਰ ਹੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਿਹੜੀ ਫਾਂਸੀ ਤੋਂ ਰਿਹਾ ਕੀਤਾ ਜਾਵੇ। ਕਿੰਨੀ ਬੇਸ਼ਰਮੀ ਵਾਲੀ ਗੱਲ ਆ ਕਿ ਤੁਸੀਂ ਉਦੋਂ ਤੇ ਉਹਦੀ ਰਿਹਾਈ ਕਰਵਾਈ ਨਹੀਂ ਜਦੋਂ ਤੁਸੀਂ ਕੱਲ ਉਹਦੇ ਸਰਕਾਰ ਦੇ ਭਾਈਵਾਲ ਸੀਗੇ। ਗੁਰਦਾਸਪੁਰ ਤੋਂ ਬੀਜੇਪੀ ਦੀ ਜਿਹੜੀ ਸੀਟ ਐਮਪੀ ਦੀ ਜਿੱਤੇ ਸੀ ਸਨੀ ਦਿਓਲ, ਉਹ ਕਿਤੇ ਨਾ ਕਿਤੇ ਫਿਲਮੀ ਅਦਾਕਾਰ ਵੀ ਨੇ, ਕਿਸਾਨੀ ਨਾਲ ਜੁੜੇ ਖੇਤਾਂ ਨੇ, ਪਰ ਇੱਕ ਵੀ ਬਿਆਨ ਜਿਹੜਾ ਉਹਨਾਂ ਦਾ ਕਿਸਾਨਾਂ ਦੇ ਹੱਕ 'ਚ ਨਹੀਂ ਆਇਆ। ਕਿਸਾਨੀ ਸੰਘਰਸ਼ ਦੀ ਜਿੱਥੇ ਹਰ ਵਰਗ ਸਪੋਰਟ ਕੀਤੀ ਜਾ ਰਹੀ ਹੈ, ਉੱਥੇ ਹੀ ਬਹੁਤ ਸਾਰੇ ਸਿੰਗਰ ਅਤੇ ਫਿਲਮੀ ਅਦਾਕਾਰ ਅਤੇ ਲੇਖਕ ਵੀ ਪਹੁੰਚੇ ਹੋਏ ਨੇ। ਸਾਡੇ ਨਾਲ ਕੁਝ ਲੇਖਕ ਨੇ, ਗੱਲਬਾਤ ਕਰਾਂਗੇ। ਅੱਜ ਤੁਹਾਡੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਬਿੱਲ ਵੀ ਸਾੜੇ ਗਏ ਆ, ਕਾਲੀ ਲੋਹੜੀ ਮਨਾਈ ਗਈ ਆ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਜਦੋਂ ਸਾਰਾ ਦੇਸ਼ ਹੈ ਇਸ ਵਕਤ ਕਿਸਾਨਾਂ ਦੇ ਨਾਲ ਆ, ਹਰ ਵਰਗ ਕਿਸਾਨਾਂ ਦੇ ਨਾਲ ਆ, ਕਿਉਂਕਿ ਕਿਸਾਨ ਹੀ ਜਿਹੜੇ ਆ ਉਹ ਬੈਕਬੋਨ ਆ ਸਾਰੇ ਅਰਥਚਾਰੇ ਦੀ ਵੀ ਤੇ ਨਾਲ ਦੀ ਨਾਲ ਸਾਰੇ ਸਮਾਜਚਾਰੇ ਦੀ ਵੀ। ਤੇ ਅੱਜ ਜਦੋਂ ਕਿਸਾਨ ਖਤਰੇ ਦੇ ਵਿੱਚ ਆ, ਕਿਸਾਨੀ ਖਤਰੇ ਦੇ ਵਿੱਚ ਆ ਤੇ ਸਾਰੇ ਦੇਸ਼ ਦਾ ਏਕਾ ਬਣਦਾ ਵੀ ਆ। ਔਰ ਜਿਸ ਤਰ੍ਹਾਂ ਇਹ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਕਰ ਰਹੀ ਆ ਕਿ ਹਰ ਵਰਗ ਨੂੰ ਦਬਾ ਰਹੀ ਹੈ ਕਿ ਪੂਰੀ ਤਰ੍ਹਾਂ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ, ਇੱਕ ਹਉਮੈ ਹੰਕਾਰ ਦੇ ਭਰੇ ਹੋਏ ਬੰਦੇ ਜਿਵੇਂ ਅੱਗੇ ਆ ਮੋਦੀ ਤੇ ਉਹਦਾ ਲਾਣਾ ਸਾਰਾ ਜਿਹੜਾ, ਔਰ ਲਗਾਤਾਰ ਦੇਸ਼ ਦੀਆਂ ਚੀਜ਼ਾਂ ਨੂੰ, ਦੇਸ਼ ਦੀ ਪ੍ਰਾਪਰਟੀ ਨੂੰ ਵੇਚਿਆ ਜਾ ਰਿਹਾ, 에ਅਰਪੋਰਟ ਵੇਚੇ ਜਾ ਰਹੇ ਆ, ਰੇਲਵੇ ਸਟੇਸ਼ਨ ਵੇਚੇ ਜਾ ਰਿਹਾ, ਪਬਲਿਕ ਪ੍ਰਾਪਰਟੀ ਸਾਰੀਆਂ ਵੇਚ ਦਿੱਤੀਆਂ ਤੇ ਹੁਣ ਇੱਕ ਖੇਤੀ ਖੇਤਰ ਹੀ ਬਚਿਆ ਜਿਹੜਾ ਇਹਨਾਂ ਨੂੰ ਲੱਗਦਾ ਕਿ ਜਦੋਂ ਇਹਨਾਂ ਨੇ ਕਰੋਨਾ ਕਾਲ 'ਚ ਵੀ ਦੇਖਿਆ ਇਹ ਗੱਲ ਕਿ ਜਿਹੜਾ ਖੇਤੀ ਦੇ ਨਾਲ ਸੰਬੰਧਿਤ ਚੀਜ਼ਾਂ ਆ ਉਹ ਤੇ ਲੋਕਾਂ ਨੂੰ ਖਰੀਦਣੀਆਂ ਹੀ ਪੈਂਦੀਆਂ ਤੇ ਇਹਨਾਂ ਦਾ ਧਿਆਨ ਹੁਣ ਇਹ ਪਾਸੇ ਹੋ ਗਿਆ ਕਿ ਹੌਲੀ ਹੌਲੀ ਜਿੱਥੇ ਬਾਕੀ ਸਾਰੇ ਦੇਸ਼ ਦੇ ਸਾਧਨ, ਕੋਲੇ ਦੀਆਂ ਖਾਨਾਂ, ਲੋਹੇ ਦੀਆਂ ਖਾਨਾਂ, ਸਭ ਕੁਝ ਹਥਿਆ ਲਿਆ, ਉੱਥੇ ਇਹਨਾਂ ਦੇ ਜਿਹੜੇ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ, ਇਹਨਾਂ ਦੇ ਜਿਹੜੇ ਆਕਾ ਆ ਅੰਬਾਨੀ ਅਡਾਨੀ, ਉਹਨਾਂ ਦਾ ਹੁਣ ਧਿਆਨ ਇੱਧਰ ਹੋਇਆ ਤੇ ਉਹਨਾਂ ਨੇ ਇਹਨਾਂ ਨੂੰ ਜ਼ੋਰ ਦੇ ਕੇ ਬਿੱਲ ਪਾਸ ਕਰਵਾਏ ਤਾਂ ਕਿ ਹੁਣ ਖੇਤੀ ਖੇਤਰ ਤੇ ਵੀ ਪੂਰੀ ਤਰ੍ਹਾਂ ਇਹਨਾਂ ਦਾ ਕਬਜ਼ਾ ਹੋਵੇ। ਪਰ 2 ਵਾਰੀ ਪ੍ਰਧਾਨ ਮੰਤਰੀ ਤਾਂ ਜਨਤਾ ਨੇ ਬਣਾਇਆ ਨਾ ਵੋਟਾਂ ਪਾ ਕੇ। ਇਹਦੇ 'ਚ ਵੀ ਇੱਕ ਸਾਡੇ ਦੇਸ਼ ਦੀ ਬਦਕਿਸਮਤੀ ਵੀ ਆ ਤੇ ਕੁਝ ਤੇ ਇਹ ਵੀ ਕਿਹਾ ਜਾ ਰਿਹਾ ਅੱਜ ਕੱਲ ਬੜੇ ਜ਼ੋਰ ਸ਼ੋਰ ਨਾਲ ਕਿ ਸਾਰਾ ਈਵੀਐਮ ਦਾ ਖੇਡ ਸੀ, ਪਰ ਮੈਂ ਸੋਚਦਾ ਵੀ ਕੁਝ % ਹੋ ਸਕਦਾ, ਪਰ ਜ਼ਿਆਦਾਤਰ ਉਹ ਜਿਹੜਾ ਪੱਤਾ ਖੇਡਦੇ ਸੀ ਹਿੰਦੂ ਮੁਸਲਿਮ ਵਾਲਾ, ਹਿੰਦੂ ਸਿੱਖ ਵਾਲਾ ਔਰ ਹਿੰਦੂ ਈਸਾਈ ਵਾਲਾ, ਉਹ ਜਿਹੜਾ ਹਿੰਦੂ ਰਾਸ਼ਟਰ ਵਾਲਾ ਉਹਨਾਂ ਨੇ ਪੱਤਾ ਖੇਡਿਆ, ਇਹ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਲੋਕਾਂ ਦੀ ਜਿਹੜੀ ਇੱਕ ਕਮਜ਼ੋਰੀ ਆ ਕਿ ਇਹ ਜਿਹੜੇ ਇਹੋ ਜਿਹੇ ਨਾਰਿਆਂ 'ਚ, ਮੰਦਿਰ ਦੇ ਮੂਰਤੀਆਂ ਦੇ ਨਾਰਿਆਂ ਦੇ ਵਿੱਚ ਆ ਜਾਂਦੇ ਆ, ਪਰ ਬਾਅਦ 'ਚ ਇਹਨਾਂ ਨੂੰ ਪਤਾ ਲੱਗਦਾ ਔਰ ਅਗਲੀ ਵਾਰ ਇਹਨਾਂ ਦਾ ਪੱਤਾ ਜਿਹੜਾ ਪੂਰਾ ਸਾਫ਼ ਹੋਊਗਾ। ਕੀ ਮੰਨਦੇ ਹੋ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਜਿਹੜਾ ਹਿੰਦੂ ਮੁਸਲਮਾਨ ਵਾਲਾ ਪੱਤਾ ਖੇਡਿਆ ਗਿਆ ਕੇਂਦਰ ਸਰਕਾਰ ਵੱਲੋਂ? ਬਿਲਕੁਲ ਖੇਡਿਆ ਜਾ ਰਿਹਾ ਔਰ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲੋਕ ਜਿਹੜੇ ਕਿਸਾਨਾਂ ਦਾ ਜਾਂ ਸੋਸ਼ਲ ਮੀਡੀਆ ਹੀ ਜਾਂ ਕਿਸਾਨਾਂ ਨੇ ਆਪਣੀ ਜਿਹੜੀ ਗੱਲ ਰੱਖੀ ਲੋਕਾਂ ਤੱਕ, ਉਹ ਇੰਨੇ ਜ਼ੋਰ ਸ਼ੋਰ ਨਾਲ ਰੱਖੀ ਔਰ ਇੰਨੇ ਵਧੀਆ ਤਰੀਕੇ ਨਾਲ ਰੱਖੀ ਕਿ ਉਹ ਹੁਣ ਉਹਨਾਂ ਦਾ ਪਤਾ ਕਾਮਯਾਬ ਨਹੀਂ ਹੋਇਆ ਔਰ ਸਾਰੇ ਲੋਕ ਜਿਹੜੇ ਆ ਕਿਸਾਨਾਂ ਦੇ ਨਾਲ ਨੇ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਇਹਨਾਂ ਖੇਤੀ ਕਾਨੂੰਨਾਂ ਉੱਤੇ ਸਟੇ ਕੀਤਾ ਜਾਊਗਾ। ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਾ ਫੈਸਲਾ ਸਹੀ ਹੈ? ਬਿਲਕੁਲ ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਸੁਪਰੀਮ ਕੋਰਟ ਤੇ ਪਹਿਲਾਂ ਵੀ ਬੜੀ ਵਾਰ ਸਵਾਲ ਚੁੱਕੇ ਜਾ ਚੁੱਕੇ ਆ ਲੋਕਾਂ ਵੱਲੋਂ ਵੀ, ਮੀਡੀਆ ਵੱਲੋਂ ਵੀ, ਬਾਕੀਆਂ ਵੱਲੋਂ ਵੀ ਕਿ ਇਹ ਪਾਰਸ਼ੈਲਿਟੀ ਕਿਤੇ ਨਾ ਕਿਤੇ ਹੁੰਦੀ ਆ। ਜਿਹੜੀ ਸਰਕਾਰ ਜ਼ਿਆਦਾ ਪਾਵਰ ਦੇ ਵਿੱਚ ਹੁੰਦੀ ਆ ਉਹ ਪੂਰੀ ਤਰ੍ਹਾਂ ਕੁਝ ਜੱਜ ਜਾਂ ਵਕੀਲਾਂ ਦਾ ਇੱਕ ਬਹੁਤ ਵੱਡਾ ਜਿਹੜਾ ਬੈਂਚ ਆ ਉਹ ਇਹਨਾਂ ਦੇ ਖਿਲਾਫ ਬੋਲਿਆ ਖੁੱਲ੍ਹ ਕੇ, ਪਰ ਜੋ ਸੁਪਰੀਮ ਕੋਰਟ ਨੂੰ ਠੋਕ ਕੇ ਗੱਲ ਕਹਿਣੀ ਚਾਹੀਦੀ ਸੀ ਉਸ ਤਰ੍ਹਾਂ ਦੀ ਨਹੀਂ। ਹੋਲਡ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ ਜਦੋਂ ਕਿ ਵਾਰ-ਵਾਰ ਕਿਸਾਨ ਜਿਹੜੇ ਆ ਉਹ ਇੱਕ ਮੱਦ ਦੇ ਉੱਤੇ ਵਿਚਾਰ ਕਰ ਚੁੱਕੇ ਆ ਕਿ ਇਹ ਪੂਰੀ ਤਰ੍ਹਾਂ ਕਿਸਾਨੀ ਦੀ ਬਰਬਾਦੀ ਕਰਨ ਵਾਲੀ ਗੱਲ ਆ। ਜਿਹੜੀਆਂ ਵੀ ਚੀਜ਼ਾਂ ਪਹਿਲਾਂ ਇਹਨਾਂ ਪ੍ਰਾਈਵੇਟ ਕੀਤੀਆਂ ਤੇ ਸਰਕਾਰੀਆਂ ਦੀ ਨਾਲ ਹੀ ਬਰਬਾਦੀ ਹੋ ਗਈ। ਹੁਣ ਜੇ ਸਰਕਾਰੀ ਮੰਡੀਕਰਨ ਜਿੱਥੇ ਥੋੜਾ ਬਹੁਤਾ ਬਚਦਾ, ਜੇ ਉਹ ਮੰਡੀਕਰਨ ਤਬਾਹ ਹੁੰਦਾ ਤੇ ਕਿਸਾਨ ਬਿਲਕੁਲ ਜਿਹੜਾ ਆ ਉਹ ਸੜਕ ਤੇ ਆ ਜਾਊਗਾ। ਉਹ ਤੇ ਪਹਿਲਾਂ ਵਿਚਾਰਾ ਜਿਹੜਾ ਇਹ ਵੀ ਵੇਖੋ ਬਦਕਿਸਮਤੀ ਵੀ ਖੰਡਰ ਹੋਏ ਸਿਸਟਮ ਨੂੰ ਬਚਾਉਣ ਵਾਸਤੇ ਕਿ ਹੋਰ ਹੀ ਨਾ ਬਰਬਾਦ ਕਰ ਦੇਣ, ਬਿਲਕੁਲ ਹੀ ਨਾ ਸਫਾ ਚੱਟ ਕਰ ਦੇਣ, ਉਹਨੂੰ ਬਚਾਉਣ ਵਾਸਤੇ ਪਹਿਲਾਂ ਵੀ ਐਡਾ ਵਧੀਆ ਨਹੀਂ ਕਿਸਾਨ ਦੀ ਹਾਲਾਤ ਜਿਹੜੇ ਹੈਗੇ ਆ। ਕੀ ਲੱਗਦਾ ਤੁਹਾਨੂੰ ਸੁਪਰੀਮ ਕੋਰਟ ਦਾ ਇਸ ਫੈਸਲੇ ਦਾ ਸਵਾਗਤ ਕਰਨਗੇ ਕਿਸਾਨ? ਨਹੀਂ, ਬਿਲਕੁਲ ਨਹੀਂ ਕਰਨਗੇ, ਕਿਉਂਕਿ ਕਿਸਾਨ ਆਗੂਆਂ ਦੇ ਬਿਆਨ ਆ ਚੁੱਕੇ ਆ ਕਿ ਅਸੀਂ 1 ਇੰਚ ਵੀ ਆਪਣੀ ਜਿਹੜੀ ਪਹਿਲੀ ਗੱਲ ਕਹੀ ਹੋਈ ਹੈ ਕਿ ਸਰਕਾਰ ਕਾਨੂੰਨਾਂ ਨੂੰ ਬਿਲਕੁਲ ਸਿਰੇ ਤੋਂ ਖਾਰਜ ਕਰੇ, ਰੱਦ ਕਰੇ, ਉਹ ਤੋਂ ਬਿਨਾਂ ਜਿਹੜਾ ਆ ਅਸੀਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ ਤੇ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਆਪਣੀ ਗੱਲ ਤੋਂ ਥਿੜਕਣਗੇ। ਤਕਰੀਬਨ 1.5 ਮਹੀਨਾ ਹੋ ਗਿਆ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਕਰ ਰਹੇ ਆ ਤੇ ਦੂਜੇ ਪਾਸੇ 26 ਤਰੀਕ ਨੂੰ ਵੱਡੇ ਪੱਧਰ ਤੇ ਜਿਹੜਾ ਟਰੈਕਟਰ ਰੈਲੀ ਕੱਢਣ ਜਾ ਰਹੇ ਆ ਤੇ ਅੱਜ ਹੀ ਜਿਹੜਾ ਆ ਉਹ ਸੁਪਰੀਮ ਕੋਰਟ ਦਾ ਫੈਸਲਾ ਆਉਣਾ ਕਿਵੇਂ ਵੇਖਦੇ ਹੋ ਤੁਸੀਂ?
ਇਹ ਕਿਤੇ ਨਾ ਕਿਤੇ ਸਰਕਾਰ ਲੋਕਾਂ ਦੇ ਏਕੇ ਨੂੰ ਵੇਖ ਕੇ ਅੰਦਰੋਂ ਡੋਲ ਗਈ ਹੈ ਪੂਰੀ ਤਰ੍ਹਾਂ ਨਾਲ, ਔਰ ਇਹ ਤਾਂ ਇਸ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਅੰਦੋਲਨ ਨੂੰ ਸ਼ਾਂਤ ਕੀਤਾ ਜਾਵੇ ਜਾਂ ਲੋਕਾਂ 'ਚ ਇਹ ਮੈਸੇਜ ਪਹੁੰਚਾਇਆ ਜਾਵੇ ਵੀ ਵੇਖੋ ਵੀ ਹੁਣ ਤੇ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿਸਾਨ ਅਜੇ ਵੀ ਪਛਾਣ ਨਹੀਂ ਹਟ ਰਹੇ। ਪਰ ਪਹਿਲਾਂ ਹੀ ਲੋਕਾਂ ਦੇ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਅੰਦੋਲਨ ਦੇ ਇੱਕੋ ਹੀ ਮੰਗ ਸੀਗੀ ਕਿ ਇਹਨਾਂ ਕਾਨੂੰਨਾਂ ਨੂੰ ਸਿਰੇ ਤੋਂ ਖਾਰਜ ਕੀਤਾ ਜਾਵੇ, ਦੂਜੀ ਕੋਈ ਡਿਮਾਂਡ ਹੀ ਨਹੀਂ ਹੈ। ਔਰ ਇਹਦੇ ਵਿੱਚ ਉਹਨਾਂ ਨੇ ਬਹੁਤ ਕਿਹਾ ਸੋਧ ਕਰਦੇ ਨੇ, ਇਹ ਕਰਦੇ ਨੇ, ਜੇਕਰ 90% ਤੱਕ ਸੋਧ ਕਰਦੇ ਨੇ। ਮਤਲਬ ਜੇ ਤੁਸੀਂ 90% ਤੱਕ ਸੋਧ ਕਰ ਰਹੇ ਫਿਰ ਕਾਨੂੰਨ ਲਿਆਏ ਕਿਉਂ? ਇਹਦਾ ਮਤਲਬ ਤੁਹਾਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਜਿਨ੍ਹਾਂ ਦੇ, ਔਰ ਇਹਦੇ ਪਿੱਛੇ ਇੱਕ ਬੜਾ ਤਗੜਾ ਜਿਹੜਾ ਆ ਉਹ ਰੋਲ ਪਲੇ ਕਰ ਰਹੇ ਜਿਹੜੇ ਲੋਕ ਕਿ ਉਹਨਾਂ ਨੇ ਬਣਾਏ ਆ ਕਾਨੂੰਨ, ਸਰਕਾਰ ਨੇ ਨਹੀਂ ਬਣਾਏ। ਇਹ ਤੇ ਲੋਕਾਂ ਦਾ ਗਲ ਘੁੱਟ ਕੇ ਲੋਕਤੰਤਰ ਦਾ ਨਜਾਇਜ਼ ਫਾਇਦਾ ਉਠਾ ਕੇ ਅਸੰਵਿਧਾਨਿਕ ਹੈ ਪਹਿਲੀ ਗੱਲ ਤੇ, ਕਿਉਂਕਿ ਇਹ ਜਿਹੜਾ ਆ ਇਹ ਆਉਂਦਾ ਹੀ ਜਿਹੜਾ ਰਾਜ ਸਰਕਾਰਾਂ ਦੇ ਹਿੱਸੇ 'ਚ ਆ ਖੇਤੀ ਸੰਬੰਧੀ ਕੋਈ ਸੁਧਾਰ ਕਰਨੇ ਜਾਂ ਕਾਨੂੰਨ ਬਣਾਉਣੇ, ਔਰ ਉਹਨਾਂ ਨੂੰ ਬਿਨਾਂ ਭਰੋਸੇ 'ਚ ਲਿਆਈ ਏਡੇ ਏਡੇ ਵੱਡੇ ਕਾਨੂੰਨ ਬਣਾ ਦਿੱਤੇ ਗਏ। ਔਰ ਇਹ ਪਹਿਲਾਂ ਹੀ ਵੇਅਰ ਹਾਊਸ ਉਹਨਾਂ ਨੇ ਬਣਾ ਲਏ, ਅਬਾਨੀਆਂ ਨੇ ਅਡਾਨੀਆਂ ਨੇ ਬੜਾ ਖਰਚਾ ਕਰਕੇ ਵੱਡੇ ਵੱਡੇ ਰੋਡ ਲੀਕ ਦਿੱਤੇ ਗਏ ਆ ਉਹਨਾਂ ਵਾਸਤੇ, ਵੱਡੇ ਵੱਡੇ ਜਿਹੜੇ ਹਾਈਵੇ ਲੀਕ ਦਿੱਤੇ ਗਏ ਆ, ਜ਼ਮੀਨਾਂ ਤੇ ਹੋਣਗੇ ਉਹ ਹਾਈਵੇ ਬਣਾਉਣਗੇ ਉਹਨਾਂ ਨੂੰ ਫਾਇਦਾ ਦੇਣ ਵਾਸਤੇ। ਇਹਦਾ ਮਤਲਬ ਉਹਨਾਂ ਨੂੰ ਪਹਿਲਾਂ ਹੀ ਪਤਾ, ਕਈ ਸਾਲ ਪਹਿਲਾਂ ਪਤਾ ਵੀ ਇਹ ਕਾਨੂੰਨ ਲਾਗੂ ਕਰਾਉਣੇ ਆ। ਪਰ ਰਿਲਾਇੰਸ ਦੇ ਲਗਾਤਾਰ ਹੀ ਬਿਆਨ ਆ ਰਹੇ ਨੇ ਕਿ ਸਾਡਾ ਇਹਨਾਂ ਖੇਤੀ ਔੜੀ ਬਿੱਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਅਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਆ। ਵੇਖੋ ਬਿਆਨ ਹੁਣ ਜਦੋਂ ਅੰਦੋਲਨ ਇਹਨਾਂ ਤਿੱਖਾ ਹੋ ਗਿਆ ਤੇ ਹੁਣ ਬਿਆਨ ਆ ਰਿਹਾ, ਮੈਂ ਤੇ ਪਤਾ ਨਹੀਂ ਉਹ ਸੱਚ ਹੈ ਜਾਂ ਝੂਠ ਹੈ। ਇੱਥੋਂ ਤੱਕ ਵੀ ਖਬਰਾਂ ਪੜੀਆਂ ਕਿ ਉਹਨਾਂ ਨੇ ਅਮਰੀਕਾ ਨੂੰ ਆਪਣੇ ਵੱਡੇ ਟਰੈਕਟਰਾਂ ਦਾ ਵੀ ਜਿਹੜਾ ਆ ਐਡਵਾਂਸ ਦੇ ਦਿੱਤਾ ਔਰ ਬੁਕਿੰਗ ਵੱਡੇ ਟਰੈਕਟਰ ਬਣਾਉਣ ਦਾ ਆਰਡਰ ਦੇ ਦਿੱਤਾ। ਹੁਣ ਉਹ ਕਿੱਦਾਂ ਪਿੱਛੇ ਹਟਦੇ ਆ? ਜਾਂ ਇਹ ਨਹੀਂ ਵੇਅਰ ਹਾਊਸ ਵੱਡੇ ਵੱਡੇ ਬਣ ਗਏ, ਉਹਨਾਂ 'ਚ ਕੀ ਰੱਖਣਾ? ਜੇ ਖੇਤੀ ਵਾਲੇ ਪਾਸੇ ਆਉਣਾ ਹੀ ਨਹੀਂ ਤੇ ਉਹਨਾਂ ਵਿੱਚ ਕੀ ਰੱਖਣਾ ਫਿਰ? ਇੱਕ ਪਾਸੇ ਕਿਸਾਨ ਅੰਦੋਲਨ ਕਰ ਲਏ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਾਜੋਆਣੇ ਦੀ ਜਿਹੜੀ ਆ ਫਾਂਸੀ ਆ ਉਹਦੀ ਸਜ਼ਾ ਨੂੰ ਲੈ ਕੇ ਲਗਾਤਾਰ ਹੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਿਹੜੀ ਫਾਂਸੀ ਤੋਂ ਰਿਹਾ ਕੀਤਾ ਜਾਵੇ। ਇਹ ਭਾਵੇਂ ਕੇਂਦਰ ਸਰਕਾਰ ਮੋਦੀ ਦੀ ਆ ਜਾਂ ਇਹਨਾਂ ਦਾ ਸੁਭਾਅ ਇੱਕੋ ਜਿਹਾ, ਜਦੋਂ ਵੀ ਕੋਈ ਚੀਜ਼ ਜਿਹੜੀ ਆ ਉਹ ਪੀਕ ਤੇ ਜਾਂਦੀ ਆ ਤੇ ਇਹਨਾਂ ਨੇ ਉਹਦੇ ਵਿੱਚ ਆਪਣਾ ਧਾਰਮਿਕ ਰੰਗ ਘੋਲਣਾ ਸ਼ੁਰੂ ਕਰ ਦੇਣਾ। ਪਰ ਉਹ ਗੱਲ ਨਹੀਂ ਮੰਨੀ ਹੁਣ। ਠੀਕ ਹੈ, ਰਾਜੋਆਣੇ ਦੀ ਮੰਗ ਪਹਿਲਾਂ ਵੀ ਕੀਤੀ ਜਾ ਸਕਦੀ ਸੀ ਔਰ ਬਹੁਤ ਅੜ ਕੇ ਵੀ ਕੀਤੀ ਜਾ ਸਕਦੀ। ਇਹਨਾਂ ਦੀ ਸਰਕਾਰ, ਹੈਰਾਨੀ ਵਾਲੀ ਗੱਲ ਇਹ ਵੇਖੋ ਕਿੰਨੀ ਬੇਸ਼ਰਮੀ ਵਾਲੀ ਗੱਲ ਆ ਕਿ ਤੁਸੀਂ ਉਦੋਂ ਤੇ ਉਹਦੀ ਰਿਹਾਈ ਕਰਵਾਈ ਨਹੀਂ ਜਦੋਂ ਤੁਸੀਂ ਉਹਦੇ ਸਰਕਾਰ ਦੇ ਭਾਈਵਾਲ ਸੀਗੇ। ਅੱਜ ਤੁਸੀਂ ਤੋੜ ਵਿਛੋੜਾ ਕਰਕੇ ਤਾਂ ਉਹਨਾਂ ਕੋਲ ਮੰਗ ਕਰ ਰਹੇ ਹੋ। ਇਹ ਤੋਂ ਵੱਡੀ ਕੋਈ ਸ਼ਰਮ ਵਾਲੀ ਗੱਲ ਹੋ ਸਕਦੀ ਹੈ? ਕੀ ਤੁਹਾਨੂੰ ਲੱਗਦਾ ਕਿ ਅੰਦਰੋਂ ਜੁੜੇ ਹੋਏ ਲੱਗਦੇ ਤੁਹਾਨੂੰ? ਬਿਲਕੁਲ ਜੀ, ਇਹ ਅੰਦਰੋਂ ਇਹ ਦੋ ਵਰਗ ਆ, ਇੱਕ ਲੁੱਟੇ ਜਾਣ ਵਾਲਾ ਤੇ ਇੱਕ ਲੁੱਟਣ ਵਾਲਾ। ਇਹ ਲੁੱਟਣ ਵਾਲੇ ਸਾਰੇ ਜੁੜੇ ਆ, ਭਾਵੇਂ ਉਹ ਧਰਮ ਦਾ ਪੱਤਾ ਖੇਡਣ, ਸਮਾਜ ਦਾ ਪੱਤਾ ਖੇਡਣ, ਜਾਤ ਪਾਤ ਦਾ ਪੱਤਾ ਖੇਡਣ, ਪਰ ਅੰਦਰ ਖਾਤੇ ਇਹ ਸਾਰੇ ਹੀ ਜੁੜੇ ਹੋਏ ਆ। ਇਹ ਮਤ ਸੋਚੋ ਕਿ ਤੋੜ ਵਿਛੋੜਾ ਇਹਨਾਂ ਦਾ ਕੋਈ ਹੋ ਚੁੱਕਾ ਆ। ਇਹ ਅੱਜ ਵੀ ਉਹੋ ਹੀ ਇਹਨਾਂ ਦਾ ਰਾਗ ਆ ਔਰ ਉਸੇ ਤਰ੍ਹਾਂ ਹੀ ਇਹ ਅੰਦੋਲਨ ਨੂੰ ਉਹਨਾਂ ਦੇ ਪਿੱਛੇ ਲਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਜਿਹੜਾ ਅਸਤੀਫਾ ਦੇਣਾ ਜਾਂ ਡਰਾਮੇਬਾਜ਼ੀ ਕਰਨੀ, ਉਹ ਤੇ ਇਹ ਵੀ ਲੋਕਾਂ ਨੇ ਇਹਨਾਂ ਨੂੰ ਸੜਕ ਤੇ ਵੀ ਨਹੀਂ ਵੜਨ ਦੇਣਾ, ਹੁਣ ਵੀ ਨਹੀਂ ਚੜਨ ਦੇਣ। ਬੀਬੀ ਹਰਸਿਮਰਤ ਬਾਦਲ ਦਾ ਕਿੰਨਾ ਵਿਰੋਧ ਕੀਤਾ ਲੋਕਾਂ ਨੇ, ਉਹਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ। ਹਾਂਜੀ, ਗੱਲਬਾਤ ਕਰਾਂਗੇ ਸਾਡੇ ਨਾਲ ਫਿਲਮੀ ਅਦਾਕਾਰ ਗੁਰਿੰਦਰ ਮਕਨਾ ਜੀ ਨੇ। ਮਕਨਾ ਸਾਹਿਬ, ਅੱਜ ਜੋ ਤੁਹਾਡੇ ਵੱਲੋਂ ਲੋਹੜੀ ਮਨਾਈ ਜਾ ਰਹੀ ਹੈ, ਕੀ ਕਹਿਣਾ ਚਾਹੋਗੇ? ਇਹ ਜੀ ਕਲਾਕਾਰਾਂ ਦੇ ਵੱਲੋਂ ਵਿਰਸਾ ਵਿਹਾਰ ਦੇ ਵਿਹੜੇ ਦੇ ਵਿੱਚ ਇਹ ਲੋਹੜੀ ਜਿਹੜੀ ਇੱਕ ਆਵਾਜ਼ ਬਣ ਕੇ ਮਨਾਈ ਜਾ ਰਹੀ ਹੈ ਕਿ ਇਹ ਜਿਹੜੀ ਕਿਸਾਨਾਂ ਦੀ, ਇਨਸਾਨਾਂ ਦੀ ਆਵਾਜ਼ ਹੈ ਉਹ ਜਮਹੂਰੀਅਤ ਤੱਕ ਪਹੁੰਚੇ, ਕਿ ਜਿਹੜੀਆਂ ਧੱਕੇਸ਼ਾਹੀਆਂ ਜਿਹੜੀਆਂ ਨੇ ਉਹ ਲੋਹੜੀ ਦੇ ਵਿੱਚ, ਇਹਦੀ ਅੱਗ ਦੇ ਵਿੱਚ ਦਫਨ ਹੋ ਜਾਣ ਤੇ ਵਧੀਆ ਜਿਹੜੀ ਖੁਸ਼ੀਆਂ ਦੀ ਜ਼ਿੰਦਗੀ, ਸੁੱਖ ਸ਼ਾਂਤੀ ਵਾਲੀ ਇਨਸਾਨੀਅਤ, ਸੁੱਖ ਸ਼ਾਂਤੀ ਵਾਲਾ ਵਰ੍ਹਾ ਜਿਹੜਾ ਪਿਛਲੇ 2020 ਦੇ ਵਿੱਚ ਬਹੁਤ ਸਾਰਾ ਘਾਣ ਹੋਇਆ ਸਮਾਜ ਦਾ ਵੀ ਔਰ ਹਰ ਇੱਕ ਪੱਖੋਂ ਜਿਸ ਤਰ੍ਹਾਂ ਵੀ ਹੋਇਆ, ਸਰਕਾਰਾਂ ਵੱਲੋਂ ਵੀ, ਬਿਮਾਰੀ ਵੱਲੋਂ ਵੀ, ਤੇ ਉਹਦੇ ਲਈ ਸਾਰਿਆਂ ਲਈ, ਲੋਕਾਂ ਲਈ ਉਸ ਤੋਂ ਨਿਜਾਤ ਪਾ ਕੇ ਵਧੀਆ ਸ਼ੁਭ ਕਾਮਨਾਵਾਂ ਲਈ ਇਹ ਲੋਹੜੀ ਮਨਾਈ ਗਈ ਆ। ਔਰ ਕਿਸਾਨਾਂ ਦੇ ਹੱਕ 'ਚ ਇੱਥੇ ਫੋਟੋ ਐਗਜ਼ੀਬਿਸ਼ਨ ਵੀ ਜਿਹੜੀ ਆ ਉਹ ਲਗਾਈ ਗਈ ਆ। ਬੱਚਿਆਂ ਨੇ ਫੋਟੋਗ੍ਰਾਫੀ ਕੀਤੀ ਆ, ਵਿੱਚ ਮੇਰੀਆਂ ਵੀ ਆ, ਕਿ ਜਿਹੜੇ ਦਿੱਲੀ ਨਹੀਂ ਜਾ ਕੇ ਵੇਖ ਸਕੇ ਤੇ ਇੱਥੋਂ ਆ ਕੇ ਉਹ ਮਾਹੌਲ ਵੇਖ ਸਕਣ ਕਿ ਕਿਵੇਂ ਸਾਡਾ ਪੰਜਾਬੀ ਵਿਰਸਾ, ਪੰਜਾਬੀਅਤ ਤੇ ਸਾਡੀ ਵਿਰਾਸਤ ਹੈ ਜਿਹੜੀ, ਕਿ ਕਿਵੇਂ ਉੱਥੇ ਦਿੱਲੀ ਸਾਂਭ ਕੇ ਬੈਠੇ ਹੋਏ ਆ। ਤੇ ਮੇਰਾ ਤੇ ਇਹ ਵੀ ਆ ਕਿ ਪੰਜਾਬੀਆਂ ਨੂੰ ਇਹ ਕਿ ਜਿਹੜੇ ਨਹੀਂ ਗਏ ਉਹ ਜ਼ਰੂਰ ਉੱਥੇ ਜਾ ਕੇ ਬੱਚਿਆਂ ਨੂੰ ਵਿਖਾਉਣ ਕਿ ਸਾਡਾ ਵਿਰਸਾ ਕੀ ਆ, ਕਿਵੇਂ ਸੇਵਾ ਭਾਵਨਾ, ਮਰਿਆਦਾ ਕੀ ਆ ਸਿੱਖੀ ਦੀ। ਮਕਨਾ ਸਾਹਿਬ, ਕਾਫੀ ਸਮਾਂ ਹੋ ਗਿਆ ਕਿਸਾਨ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਨੇ। ਜਿੰਨੇ ਵੀ ਤਿਉਹਾਰ ਆਏ ਨੇ, ਭਾਵੇਂ ਉਹ ਧਾਰਮਿਕ ਹੋਣ ਜਾਂ ਲੋਹੜੀ, ਵਿਸਾਖੀ, ਕਿਸ ਤਰ੍ਹਾਂ ਦਾ ਵੀ ਤਿਉਹਾਰ ਹੋਵੇ, ਕਿਸਾਨਾਂ ਨੇ ਕਾਲੇ ਦਿਨ ਵਜੋਂ ਮਨਾਇਆ ਵਾ। ਤੁਸੀਂ ਕਿਵੇਂ ਵੇਖਦੇ ਹੋ? ਲਗਭਗ ਇਹ ਰੋਹ ਦਾ ਦਿਨ ਹੀ ਹੈ ਜੀ। ਔਰ ਕਿਉਂਕਿ ਤਿਉਹਾਰ ਜਿਹੜੀ ਠੰਡ 'ਚੋਂ ਬੈਠੇ ਹੋਏ ਨੇ ਉੱਥੇ ਤਿਉਹਾਰ ਮਨਾਉਣਾ ਤੇ ਬੜਾ ਸੋਚ ਦੇ ਪੱਖੋਂ ਭਾਰੂ ਆ, ਪਰ ਫਿਰ ਵੀ ਕਿਉਂਕਿ ਅਸੀਂ ਜ਼ਿੰਦਾ ਦਿਲ ਪੰਜਾਬੀ ਹਾਂ, ਜ਼ਿੰਦਾ ਰਵਾਇਤਾਂ ਨੂੰ ਜ਼ਿੰਦਾ ਰੱਖਣਾ ਵਾ, ਅਸੀਂ ਇਸ ਨੂੰ
ਕਾਲੇ ਦਿਨ ਦੇ ਨਾਲ ਸਮਰਪਿਤ ਹੀ ਉਹਨਾਂ ਨੂੰ ਕਰ ਦਿੱਤਾ ਕਿ ਕਿਸੇ ਨਾ ਕਿਸੇ ਤਰੀਕੇ ਮੀਡੀਆ ਰਾਹੀਂ ਤੁਹਾਡੇ ਰਾਹੀਂ ਉਹ ਲੋਹੜੀ ਦੀ ਆਵਾਜ਼ ਬਣ ਕੇ ਸਰਕਾਰਾਂ ਤੱਕ ਪਹੁੰਚੇ ਉਹਨਾਂ ਦੀ ਇਸ ਆਵਾਜ਼। ਸੰਘਰਸ਼ ਦੇ ਵਿੱਚ ਕਾਫੀ ਫਿਲਮੀ ਅਦਾਕਾਰ ਪੰਜਾਬੀ ਕਲਾਕਾਰ ਵੀ ਜਿਹੜੇ ਆ ਉਹ ਭਾਗ ਲਿਆ, ਕਿਸਾਨੀ ਸੰਘਰਸ਼ ਦੇ ਨਾਲ ਖਲੋਤੇ ਨੇ। ਜੇ ਗੱਲ ਕਰੀਏ ਗੁਰਦਾਸਪੁਰ ਤੋਂ ਬੀਜੇਪੀ ਦੀ ਜਿਹੜੀ ਸੀਟ ਐਮਪੀ ਦੀ ਜਿੱਤੇ ਸੀ ਸਨੀ ਦਿਓਲ, ਉਹ ਕਿਤੇ ਨਾ ਕਿਤੇ ਫਿਲਮੀ ਅਦਾਕਾਰ ਵੀ ਨੇ, ਕਿਸਾਨੀ ਨਾਲ ਜੁੜਿਆ ਖਿੱਤਾ ਨੇ, ਪਰ ਇੱਕ ਵੀ ਬਿਆਨ ਜਿਹੜਾ ਉਹਨਾਂ ਦਾ ਕਿਸਾਨਾਂ ਦੇ ਹੱਕ 'ਚ ਨਹੀਂ ਆਇਆ। ਕਿਵੇਂ ਵੇਖਦੇ ਹੋ ਤੁਸੀਂ? ਇਹ ਬਿਲਕੁਲ ਉਹਨਾਂ ਨੂੰ, ਕਿਉਂਕਿ ਉਹ ਜਨਤਾ ਦੇ ਚੁਣੇ ਹੋਏ ਆ, ਜਨਤਾ ਵੱਲੋਂ ਚੁਣੇ ਹੋਏ ਆ, ਤੇ ਜਨਤਾ ਦੇ ਹੱਕ 'ਚ ਉਹਨਾਂ ਨੂੰ ਖਲੋਣਾ ਚਾਹੀਦਾ ਵਾ। ਔਰ ਅਜੇ ਤੱਕ ਜੇ ਨਹੀਂ ਖਲੋਤੇ ਤੇ ਉਹਨਾਂ ਦੀ ਜਨਤਾ ਹੀ ਹੁਣ ਡਿਸਾਈਡ ਕਰੇਗੀ ਕਿ ਕਿਵੇਂ ਅਗਾਂਹ ਤੋਂ ਸੋਚਣਾ। ਮਗਰ ਸਾਹਿਬ, ਬਹੁਤ ਸਾਰੀਆਂ ਫਿਲਮਾਂ ਤੁਸੀਂ ਜਿਹੜੀਆਂ ਕਰ ਚੁੱਕੇ ਹੋ, ਕਦੀ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸੰਘਰਸ਼, ਇਹੋ ਜਿਹੀ ਸਰਕਾਰ ਵੇਖੀ ਹੋਵੇ? ਸਰਕਾਰ ਇਹੋ ਜੀ, ਇਹ ਕਿਉਂਕਿ ਜਨਤਾ ਦੇ ਜ਼ਿਆਦਾ ਤੇ ਗਰੀਬਾਂ ਤੇ ਜ਼ਿਆਦਾ ਇਹ ਸਰਕਾਰ ਨੂੰ ਸੋਚਣਾ ਪਏਗਾ ਕਿ ਕਿਵੇਂ ਹੁਣ ਜੇ ਅਗਾਂਹ ਜਿੱਤਣਾ ਹੈ ਤੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ। ਔਰ ਅਗਾਂਹ ਮੇਰੇ ਖਿਆਲ ਨਾਲ ਰਾਜ ਉਹੀ ਕਰੇਗਾ ਜੋ ਜਨਤਾ ਦੇ ਦਿਲਾਂ ਦੀ, ਕਿਉਂਕਿ ਹੁਣ ਲੋਕ ਕਾਫੀ ਜਾਗਰੂਕ ਹੋ ਚੁੱਕੇ ਨੇ, ਲੋਕਾਂ ਨੂੰ ਸਾਰੀਆਂ ਸਿਆਸਤਾਂ ਸਮਝ ਆ ਗਈਆਂ ਨੇ ਔਰ ਜ਼ਿਆਦਾਤਰ ਲੋਕ ਹੁਣ ਸਿਆਸਤ ਤੋਂ ਦੂਰ ਹੀ ਹੁੰਦੇ ਜਾ ਰਹੇ ਔਰ ਹੱਕ ਸੱਚ ਵਾਲਾ ਬੰਦਾ ਨੇਤਾ ਲੱਭ ਰਹੇ ਨੇ। ਲੱਗਦਾ ਨਹੀਂ ਅੰਦੋਲਨ ਇਹ ਕਿਤੇ ਨਾ ਕਿਤੇ ਇਤਿਹਾਸਕ ਬਣ ਚੁੱਕਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਪ੍ਰੋਡਿਊਸਰ ਜਿਹੜਾ ਇੱਥੇ ਫਿਲਮ ਵੀ ਤਿਆਰ ਕਰ ਸਕਦਾ? ਬਿਲਕੁਲ ਜੀ, ਫਿਲਮਾਂ ਤੇ ਮੇਰੇ ਖਿਆਲ ਨਾਲ ਲੋਕਾਂ ਨੇ ਸਬਜੈਕਟ ਬਣਾ ਵੀ ਲਏ ਆ, ਚੁਣ ਵੀ ਰਹੇ ਆ ਔਰ ਜਲਦੀ ਤੁਹਾਨੂੰ ਹੁਣ ਜਿਸ ਤਰ੍ਹਾਂ ਤੁਸੀਂ YouTube ਦੇ ਚੈਨਲਾਂ ਤੇ ਬਹੁਤ ਸਾਰੇ ਸੌਂਗਸ ਆ ਚੁੱਕੇ ਆ, ਵੀਡੀਓਜ਼ ਆ ਚੁੱਕੀਆਂ, ਸ਼ਾਰਟ ਫਿਲਮਸ ਆ ਚੁੱਕੀਆਂ, ਫਿਲਮ ਵੀ ਯਕੀਨਨ ਸਕ੍ਰਿਪਟਾਂ ਬਣ ਰਹੀਆਂ ਹੋਣਗੀਆਂ ਤੇ ਯਕੀਨਨ ਲੱਗੇ ਹੋਣਗੇ ਜੀ, ਜ਼ਰੂਰ ਆਊਗੀ ਵੱਡਾ ਲੈਵਲ ਤੇ ਫਿਲਮ ਦੀ। ਮਤਲਬ ਸਾਹਿਬ, ਸੁਪਰੀਮ ਕੋਰਟ ਨੇ ਐਕਸ਼ਨ ਲਿਆ ਹੈ ਕਿ ਖੇਤੀ ਕਾਨੂੰਨਾਂ ਦੇ ਉੱਤੇ ਜਿਹੜਾ ਸਟੇ ਲੱਗ ਗਿਆ, ਕੀ ਤੁਹਾਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਨੇ ਜਿਹੜਾ ਸਹੀ ਕੀਤਾ ਹੈ? ਸੁਪਰੀਮ ਕੋਰਟ ਨੇ ਘੱਟੋ ਘੱਟ ਇਹ ਆ ਕਿ ਉਹਨਾਂ ਨੂੰ ਕਿਸਾਨਾਂ ਨੂੰ ਆਸ ਦੀ ਇੱਕ ਧਾਰ ਵੱਜੀ ਹੈ ਔਰ ਸੁਪਰੀਮ ਕੋਰਟ ਦਾ ਫੈਸਲਾ ਇਹ ਸਹੀ ਹੈ ਕਿ ਚਲੋ ਉਹਨਾਂ ਨੇ ਇੱਕ ਹਿਸਾਬ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਤਾੜਨਾ ਹੀ ਕੀਤੀ ਹੈ ਕਿ ਜੇ ਤੁਸੀਂ ਨਹੀਂ ਲਾਗੂ ਕਰਦੇ ਤਾਂ ਫਿਰ ਸਾਨੂੰ ਮਜਬੂਰਨ ਕਰਨਾ ਪਏਗਾ। ਸੋ ਮੇਰੇ ਖਿਆਲ ਨਾਲ ਸਰਕਾਰ ਨੂੰ ਨਰਮ ਰੁਖ ਅਪਣਾਉਣਾ ਹੀ ਪਏਗਾ। ਤੇ ਤੁਹਾਨੂੰ ਲੱਗਦਾ ਹੈ ਕਿ ਇਸ ਸਟੇ ਦੇ ਨਾਲ ਕਿਸਾਨ ਅੰਦੋਲਨ ਚੁੱਕ ਲੈਣਗੇ? ਇਹ ਜੇ ਸਟੇ ਹੋ ਜਾਏ ਤਾਂ ਸ਼ਾਇਦ ਉਮੀਦ ਹੈਗੀ ਆ ਕਿ ਉਹ ਕਰ ਸਕਦੇ ਆ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।